ਵਾਹਿਗੁਰੂ ਸਾਹਿਬ ਜੀਓ। ਮਾਘ ਮਜਨ ਸੰਗ ਸਾਧੂਆਂ, ਧੂੜੀ ਕਰ ਇਸ਼ਨਾਨ। ਹਰ ਕਾ ਨਾਮ ਧਿਆਏ ਸੁਣ, ਸਭਨਾ ਨੂੰ ਕਰ ਦਾਨ। ਜਨਮ ਕਰਮ ਮਲ ਉਤਰੈ, ਮਨ ਤੇ ਜਾਏ ਗੁਮਾਨ। ਕਾਮ ਕ੍ਰੋਧ ਨ ਮੋਹੀਐ, ਬਿਨਸੈ ਲੋਭ ਸੁਆਨ। ਸਚੈ ਮਾਰਗ ਚਲਦਿਆਂ, ਉਸਤਤ ਕਰੇ ਜਹਾਨ। 68 ਤੀਰਥ ਸਗਲ ਪੁੰਨ, ਜੀ ਦਇਆ ਪਰਵਾਨ। ਜਿਸਨੂੰ ਦੇਵੇ ਦਇਆ ਕਰ, ਸੋਈ ਪੁਰਖ ਸੁਜਾਨ। ਜਿਨਾ ਮਿਲਿਆ ਪ੍ਰਭ ਆਪਣਾ, ਨਾਨਕ ਤਿਨ ਕੁਰਬਾਨ। ਮਾਘ ਸੁਚੈ ਸੇ ਕਾਢੀਐ, ਜਿਨ ਪੂਰਾ ਗੁਰ ਮਿਹਰਬਾਨ। ਜਿਨਾ ਮਿਲਿਆ ਪ੍ਰਭ ਆਪਣਾ, ਨਾਨਕ ਤਿਨ ਕੁਰਬਾਨ। ਮਾਘ ਸੁਚੈ ਸੇ ਕਾਢੀਐ, ਜਿਨ ਪੂਰਾ ਗੁਰ ਮਿਹਰਬਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਨਵੇਂ ਮਹੀਨੇ ਦੀ ਸ਼ੁਰੂਆਤ ਹੈ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ 12 ਮਾਹਾਂ ਜੀ ਦੇ ਵਿੱਚ ਜੋ ਉਪਦੇਸ਼ ਇਸ ਮਹੀਨੇ ਵਿੱਚ ਕਮਾਉਣ ਵਾਸਤੇ ਸਾਨੂੰ ਬਖਸ਼ਿਸ਼ ਕੀਤਾ ਹੈ, ਉਸ ਦਾ ਮੂਲ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਆਓ ਥੋੜ੍ਹੇ ਜਿਹੇ ਸ਼ਬਦਾਂ ਦੇ ਵਿੱਚ ਇਸ ਪਾਵਨ ਬਚਨ ਦੀ ਵਿਚਾਰ ਦੀ ਨਾਲ ਸਾਂਝ ਪਾਈਏ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਆਖਦੇ ਨੇ, ਮਾਘ ਮੰਜਨ ਸੰਗ ਸਾਧੂਆਂ, ਤੂੜੀ ਕਰ ਇਸ਼ਨਾਨ। ਮਾਘ ਦੇ ਮਹੀਨੇ ਦੇ ਅੰਦਰ ਮੰਜਨ ਦਾ ਮਤਲਬ ਹੁੰਦਾ ਚੁੱਭੀ ਲਾਉਣਾ। ਸੰਗ ਸਾਧੂਆਂ, ਸਤ ਸੰਗਤ ਦੇ ਵਿੱਚ ਚੁੱਭੀ ਲਾਉਣੀ ਹੈ। ਧੂੜੀ ਕਰ ਇਸ਼ਨਾਨ, ਸਤ ਸੰਗਤ ਦੇ ਵਿੱਚ ਜਾ ਕੇ ਪਰਮੇਸ਼ਰ ਦੇ ਨਾਮ ਦਾ ਇਸ਼ਨਾਨ ਜਿਹੜਾ ਹੈ ਉਹ ਕਰਨਾ ਹੈ। ਸਤਿਗੁਰੂ ਮਹਾਰਾਜ ਪਾਵਨ ਬਾਣੀ ਦੇ ਅੰਦਰ ਮਨੁੱਖ ਨੂੰ ਇਹ ਵਾਰ-ਵਾਰ ਸਮਝਾਉਣਾ ਕਰਦੇ ਨੇ, ਜੋ ਸਾਡੇ ਅੰਦਰ ਇੱਕ ਵਿਸ਼ਵਾਸ ਬਣ ਚੁੱਕਿਆ ਸੀ ਇਸ ਮਾਘ ਦੇ ਮਹੀਨੇ ਦੇ ਅੰਦਰ ਤੀਰਥਾਂ ਦੇ ਉੱਤੇ ਜਾ ਕੇ ਇਸ਼ਨਾਨ ਕਰਨ ਦਾ। ਉਸ ਦੇ ਸੰਬੰਧ ਵਿੱਚ ਸਤਿਗੁਰੂ ਮਹਾਰਾਜ ਸਾਡੀ ਅਗਵਾਈ ਕਰਦੇ ਨੇ। ਸਾਹਿਬ ਕਹਿੰਦੇ ਨੇ ਵੀ ਮਨੁੱਖ ਦੀ ਹਾਲਾਤ ਕੀ ਹੈ। ਇਹ ਆਪਣੀ ਜ਼ਿੰਦਗੀ ਦੇ ਅੰਦਰ ਪਾਪ ਕਰਮ ਕਮਾਉਂਦਾ ਹੈ। ਪਾਪ ਕਰਮ ਕਮਾਉਣ ਤੋਂ ਬਾਅਦ ਇਹ ਸਾਲ ਬਾਅਦ ਤੀਰਥਾਂ ਦੇ ਉੱਤੇ ਇਸ਼ਨਾਨ ਕਰਨ ਤੋਂ ਬਾਅਦ ਇਹ ਸੋਚਦਾ ਸੀ ਵੀ ਹੁਣ ਮੇਰੇ ਕੀਤੇ ਹੋਏ ਮਾੜੇ ਕਰਮ, ਪਾਪ ਕਰਮ ਜਿਹੜੇ ਨੇ ਉਹ ਖਤਮ ਹੋ ਗਏ, ਉਹ ਧੋਤੇ ਗਏ। ਪਰ ਸਤਿਗੁਰੂ ਮਹਾਰਾਜ ਕਹਿੰਦੇ ਹਾਲਾਤ ਇਹਦੀ ਕੀ ਬਣਦੀ ਹੈ। ਪਾਪ ਕਰੇ ਪੰਚਾਂ ਕੇ ਵਸਰੇ, ਤੀਰਥ ਨਹਾਏ ਕਹੇ ਸਭ ਉਤਰੈ। ਬਹੁਰ ਕਮਾਵੈ ਹੋਏ ਨਿਸੰਕ, ਜਮਪੁਰ ਬਾਂਧ ਖਰੇ ਕਲੰਕ। ਸਤਿਗੁਰੂ ਮਹਾਰਾਜ ਕਹਿੰਦੇ ਨੇ ਇਹ ਪਾਪਾਂ ਦੇ ਕਾਮ ਕਰਦਾ ਹੈ, ਪੰਜਾਂ ਦੇ ਵਿਸ਼ਵਾਸ ਵਿੱਚ ਆ ਕੇ, ਵਿਕਾਰਾਂ ਦੇ ਵਿੱਚ ਫਸ ਕਰਕੇ, ਵਿਕਾਰਾਂ ਦੇ ਅਧੀਨ ਹੋ ਕੇ ਪਾਪ ਕਰਮ ਕਮਾਉਂਦਾ ਹੈ। ਤੀਰਥ ਨਹਾਏ ਕਹੇ ਸਭ ਉਤਰੇ, ਤੀਰਥਾਂ ਦੇ ਉੱਤੇ ਨਹਾ ਕੇ ਕਹਿੰਦਾ ਹੁਣ ਇਹ ਉਤਰ ਗਏ ਨੇ। ਤੇ ਫਿਰ ਘਰ ਆ ਕੇ ਕੀ ਕਰਦਾ ਸੀ, ਬਹੁਰ ਕਮਾਵੇ, ਹੋਰ ਪਾਪ ਕਮਾਉਣ ਲੱਗ ਪੈਂਦਾ ਸੀ। ਹੋਏ ਨਿਸੰਕ, ਬੇਫਿਕਰ ਹੋ ਕੇ। ਤੇ ਫਿਰ ਅਖੀਰ ਇਹਨੂੰ ਹਾਲਾਤ ਕੀ ਬਣਦੀ ਸੀ, ਜੰਮ ਬੰਨ੍ਹ ਕੇ ਇਹਨੂੰ ਲੈ ਜਾਂਦੇ ਸਨ। ਸਤਿਗੁਰੂ ਮਹਾਰਾਜ ਕਹਿੰਦੇ ਨੇ ਤੀਰਥਾਂ ਦੇ ਉੱਤੇ ਇਸ਼ਨਾਨ ਕਰਨ ਦੇ ਨਾਲ ਮਨੁੱਖ ਦਾ ਕੋਈ ਪਾਰ ਉਤਾਰਾ ਨਹੀਂ ਹੋਣਾ। ਸਾਹਿਬ ਕਹਿੰਦੇ ਨੇ ਤੀਰਥ ਨਹਾਤਾ ਕਿਆ ਕਰੇ, ਮਨ ਮੈਂ ਮੈਲ ਗੁਮਾਨ। ਗੁਰਬਿਨ ਕਿਨ ਸਮਝਾਈਏ, ਮਨ ਰਾਜਾ ਸੁਲਤਾਨ। ਤੀਰਥ ਦੇ ਉੱਤੇ ਨਹਾਤਿਆਂ ਕੀ ਹੋਵੇਗਾ, ਜਦ ਕਿ ਮਨ ਦੇ ਅੰਦਰ ਹੰਕਾਰ ਰੂਪੀ ਮੈਲ ਜਿਹੜੀ ਹੈ ਉਹ ਬਣੀ ਹੋਈ ਹੈ। ਸਤਿਗੁਰੂ ਮਹਾਰਾਜ ਕਹਿਣ ਲੱਗੇ
ਤੀਰਥਾਂ ਦੇ ਉੱਤੇ ਇਸ਼ਨਾਨ ਕਰਨ ਦੇ ਨਾਲ ਕੁਝ ਨਹੀਂ ਜੇ ਹੋਣਾ। ਸਤਿਗੁਰੂ ਮਹਾਰਾਜ ਕਹਿੰਦੇ ਨੇ, ਅੰਤਰ ਮੈਲ ਜੇ ਤੀਰਥ ਨਹਾਵੈ, ਤਿਸ ਬੈ ਕੁੰਠ ਨਾ ਜਾਣਾ, ਲੋਕ ਪਤੀਣੇ ਕਛੂ ਨਾ ਹੋਵੈ, ਨਾਹੀ ਰਾਮ ਆਨਾ। ਕਿਉਂਕਿ ਮੈਲ ਦਾ ਸੰਬੰਧ ਜਿਹੜਾ ਵਿਕਾਰਾਂ ਦੀ ਮੈਲ ਹੈ ਉਹ ਅੰਦਰ ਦੇ ਨਾਲ ਹੈ। ਬਾਹਰੀ ਤੌਰ ਤੇ ਸਰੀਰ ਦੀ ਮੈਲ ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਲਿਥ ਜਾਏਗੀ, ਪਰ ਜਿਹੜੀ ਅੰਦਰ ਮੈਲ ਲੱਗੀ ਹੋਈ ਹੈ ਉਹ ਤੀਰਥ ਦੇ ਉੱਤੇ ਇਸ਼ਨਾਨ ਕਰਨ ਦੇ ਨਾਲ ਮਨੁੱਖ ਬੇਕੁੰਠ ਸਵਰਗ ਦੇ ਵਿੱਚ ਨਹੀਂ ਜਾ ਸਕਦਾ। ਇਹ ਕੇਵਲ ਲੋਕਾਂ ਨੂੰ ਤੇ ਰਜ਼ਾ ਸਕਦਾ ਹੈ, ਪਰ ਸਤਿਗੁਰੂ ਮਹਾਰਾਜ ਕਹਿੰਦੇ ਨੇ ਪਰਮੇਸ਼ਰ ਇਆਣਾ ਨਹੀਂ ਹੈ, ਉਹ ਇਸੇ ਤਰ੍ਹਾਂ ਰੀਝਦਾ ਨਹੀਂ ਹੈ। ਤੇ ਸਭ ਕਹਿੰਦੇ ਨੇ, ਪੂਜੋ ਰਾਮ ਏਕ ਹੀ ਦੇਵਾ, ਸਾਚਾ ਨਾਵਣ ਗੁਰ ਕੀ ਸੇਵਾ। ਸੱਚਾ ਤੀਰਥ ਤੇ ਗੁਰੂ ਪਰਮੇਸ਼ਰ ਦੇ ਦੱਸੇ ਹੋਏ ਰਸਤੇ ਦੇ ਉੱਤੇ ਚੱਲਿਆਂ ਹੀ ਅਸਲੀ ਇਸ਼ਨਾਨ ਬਣਨਾ ਹੈ। ਤੇ ਸਤਿਗੁਰੂ ਮਹਾਰਾਜ ਬੜੀ ਪਿਆਰੀ ਉਦਾਹਰਨ ਦਿੰਦੇ ਨੇ, ਜਲ ਕੇ ਮੰਜਨ ਜੇ ਗਤ ਹੋਵੈ, ਨਿਤ ਨਿਤ ਮੈਂਡਕ ਨਹਾਵੈ, ਜੈਸੇ ਮੈਂਡੁਕ ਤੈਸੇ ਓਏ ਨਰ, ਫਿਰ ਜੋਨੀ ਪਾਵੈ। ਸਤਿਗੁਰੂ ਮਹਾਰਾਜ ਕਹਿੰਦੇ ਨੇ, ਜਲ ਦੇ ਵਿੱਚ ਚੁੱਭੀ ਲਾਉਣ ਦੇ ਨਾਲ ਮਨੁੱਖ ਦੀ ਅਵਸਥਾ ਉੱਚੀ ਹੁੰਦੀ ਹੋਵੇ, ਮਨੁੱਖ ਦੀ ਗਤੀ ਹੁੰਦੀ ਹੋਵੇ, ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਫਿਰ ਡੱਡੂ ਤੇ ਰੋਜ਼ ਨਹਾਉਂਦਾ ਹੈ, ਪਾਣੀ ਦੇ ਵਿੱਚ ਰਹਿੰਦਾ ਹੈ। ਸਾਹਿਬ ਕਹਿਣ ਲੱਗੇ, ਜਿਸ ਤਰ੍ਹਾਂ ਦਾ ਡੱਡੂ ਹੈ ਉਸੇ ਤਰ੍ਹਾਂ ਦਾ ਉਹ ਮਨੁੱਖ ਹੈ, ਤੇ ਫਿਰ ਉਹਨੂੰ ਮੁੜ ਕੇ ਜੂਨਾਂ ਦੇ ਵਿੱਚ ਜਿਹੜਾ ਹੈ ਉਹ ਆਉਣਾ ਪੈਂਦਾ ਹੈ। ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ, ਜੇ ਤੇਰਾ ਮਨ ਮੈਲਾ ਹੈ ਤੇ ਸਭ ਕੁਝ ਮੈਲਾ ਹੀ ਹੈ। ਜੇ ਮਨ ਤੇਰਾ ਧੋਤਾ ਜਾਏ ਪਰਮੇਸ਼ਰ ਦੇ ਨਾਮ ਦੇ ਨਾਲ, ਤੇ ਫਿਰ ਤੇਰਾ ਕੁਝ ਬਣ ਸਕਦਾ ਹੈ। ਮਨ ਮੈਲੇ ਸਭ ਕੁਛ ਮੈਲਾ, ਤਨ ਧੋਤੇ ਮਨ ਹੱਛਾ ਨਾ ਹੋਏ। ਤਨ ਸਰੀਰ ਇਸ਼ਨਾਨ ਕਰਨ ਦੇ ਨਾਲ ਮਨ ਸਾਫ਼ ਨਹੀਂ ਹੁੰਦਾ। ਇਹ ਜਗਤ ਭਰਮ ਭੁਲਾਇਆ, ਬਿਰਲਾ ਬੂਝੇ ਕੋਈ। ਇਹ ਸਾਰਾ ਹੀ ਜਗਤ ਜਿਹੜਾ ਹੈ ਭਰਮ ਦੇ ਵਿੱਚ ਫਸ ਕਰਕੇ ਤੇ ਇਸ ਤਰ੍ਹਾਂ ਆਪਣੀ ਜ਼ਿੰਦਗੀ ਜਿਹੜੀ ਹੈ ਉਹ ਖਤਮ ਕਰ ਰਿਹਾ ਹੈ। ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਵੀ ਤੂੰ ਮਾਘ ਦੇ ਮਹੀਨੇ ਦੇ ਅੰਦਰ ਸਤ ਸੰਗਤ ਵਿੱਚ ਜਾ ਕੇ ਪਰਮੇਸ਼ਰ ਦੇ ਨਾਮ ਦੇ ਨਾਲ ਆਪਣੇ ਮਨ ਨੂੰ ਜਿਹੜਾ ਹੈ ਉਹ ਸਾਫ਼ ਕਰ। ਹਰ ਕਾ ਨਾਮ ਧਿਆਏ ਸੁਣ, ਸਭਨਾ ਨੂੰ ਕਰਦਾਨ। ਸਤਿਗੁਰੂ ਮਹਾਰਾਜ ਕਹਿੰਦੇ ਨੇ, ਹਰੀ ਦੇ ਨਾਮ ਨੂੰ ਪਹਿਲੀ ਗੱਲ ਹੈ ਧਿਆਉਣਾ, ਫਿਰ ਦੂਸਰੀ ਗੱਲ ਹੈ ਸੁਣਨਾ, ਤੇ ਫਿਰ ਤੀਸਰੀ ਗੱਲ ਹੈ ਸਭਨਾ ਨੂੰ ਕਰਦਾਨ। ਇਹਦਾ ਦਾਨ ਵੀ ਅੱਗੇ ਕਰਨਾ, ਕਿਉਂਕਿ ਇਸ ਮਾਘ ਦੇ ਮਹੀਨੇ ਦੇ ਅੰਦਰ ਇਹ ਵੀ ਗੱਲ ਪ੍ਰਚਲਿਤ ਸੀ ਵੀ ਕੋਈ ਤੀਰਥਾਂ ਦੇ ਉੱਤੇ ਇਸ਼ਨਾਨ ਕਰੇ, ਪਰਤ ਕੇ ਹੱਥੋਂ ਦਾਨ ਦੇ, ਤੇ ਉਹ ਸਵਰਗਾਂ ਦੇ ਵਿੱਚ ਜਾਵੇਗਾ, ਉਹਨੂੰ ਪਰਮੇਸ਼ਰ ਦੇ ਦਰਗਾਹ ਦੇ ਵਿੱਚ ਥਾਂ ਮਿਲੇਗੀ। ਪਰ ਸਤਿਗੁਰੂ ਮਹਾਰਾਜ ਕਹਿਣ ਲੱਗੇ, ਜਿਸ ਤਰ੍ਹਾਂ ਦਾ ਮਨੁੱਖ ਕਰਦਾ ਇਸ ਤਰ੍ਹਾਂ ਨਹੀਂ। ਮਨੁੱਖ ਨੂੰ ਚਾਹੀਦਾ ਹੈ ਕਿ ਹਰੀ ਦਾ ਨਾਮ ਨੂੰ ਧਿਆਵੇ, ਫਿਰ ਸੁਣੇ, ਤੇ ਫਿਰ ਇਸ ਨੂੰ ਅੱਗੇ ਵੰਡੇ। ਸਤਿਗੁਰੂ ਮਹਾਰਾਜ ਜਪਜੀ ਸਾਹਿਬ ਦੇ ਵਿੱਚ ਹੀ ਉਦਾਹਰਨਾਂ ਦਿੰਦੇ ਨੇ, ਜਿਨੀ ਨਾਮ ਧਿਆਇਆ ਗਏ ਮਸ਼ੱਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਜਿਨ੍ਹਾਂ ਨੇ ਵੀ ਧਿਆਇਆ, ਭਾਵੇਂ ਉਹ ਕਿਸੇ ਵੀ ਕੌਮ ਦੇ ਨਾਲ ਸੰਬੰਧ ਰੱਖਦਾ ਹੋਵੇ, ਭਾਵੇਂ ਈਸਾਈ ਹੋਵੇ, ਭਾਵੇਂ ਹਿੰਦੂ ਹੋਵੇ, ਭਾਵੇਂ ਮੁਸਲਮਾਨ ਹੋਵੇ, ਭਾਵੇਂ ਜੈਨੀ ਬੋਧੀ ਹੋਵੇ, ਭਾਵੇਂ ਸਿੱਖ ਹੋਵੇ, ਜਿਨ੍ਹਾਂ ਨੇ ਵੀ ਨਾਮ ਨੂੰ ਧਿਆ ਲਿਆ, ਸਤਿਗੁਰੂ ਮਹਾਰਾਜ ਕਹਿੰਦੇ ਨੇ ਉਹਨਾਂ ਦੀ ਘਾਲ ਥਾਂ ਪੈ ਜਾਂਦੀ ਹੈ, ਤੇ ਉਹ ਮਾਲਕ ਦੇ ਦਰਗਾਹ ਦੇ ਵਿੱਚ ਮੁੱਖ ਉਜਲੇ ਲੈ ਕੇ ਜਾਂਦੇ ਨੇ। ਉਹਨਾਂ ਦੀ ਜਨਮ ਮਰਨ ਦੀ ਛੁੱਟੀ ਹੋ ਜਾਂਦੀ ਹੈ, ਉਹ ਫਿਰ ਜਨਮ ਮਰਨ ਦੇ ਵਿੱਚ ਨਹੀਂ ਜੇ ਪੈਂਦੇ। ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ, ਜਨਮ ਕਰਮ ਮਲ ਉਤਰੈ, ਮਨ ਤੇ ਜਾਏ ਗੁਮਾਨ। ਪਰਮੇਸ਼ਰ ਦੀ ਇਬਾਦਤ ਕਰਨ ਦੇ ਨਾਲ ਫਿਰ ਸਤਿਗੁਰੂ ਮਹਾਰਾਜ ਕਹਿੰਦੇ ਨੇ, ਜਨਮ ਕਰਮ, ਜਨਮਾਂ ਦੀ ਤੇ ਕਰਮਾਂ ਦੀ ਮਲ ਉਤਰੇ, ਮੈਲ ਉਤਰ ਜਾਂਦੀ ਹੈ। ਮਨ ਤੇ ਜਾਏ ਗੁਮਾਨ, ਮਨ ਦੇ ਵਿੱਚੋਂ ਹੰਕਾਰ, ਹਉਮੈ ਜਿਹੜੀ ਹੈ ਉਹ ਚਲੇ ਜਾਂਦੀ ਹੈ, ਕਿਉਂਕਿ ਇਸ ਮਨ ਨੂੰ ਜਨਮਾਂ ਜਨਮਾਂ ਦੀ ਮੈਲ ਜਿਹੜੀ ਹੈ ਉਹ ਲੱਗੀ ਹੋਈ ਹੈ। ਸਤਿਗੁਰੂ ਮਹਾਰਾਜ ਕਹਿੰਦੇ ਨੇ, ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੁਆ ਸਿਆਹ ਖਨਲੀ ਧੋਤੀ, ਉਜਲੀ ਨਾ ਹੋਵਈ ਜੇ ਸੋ ਧੋਵਣ ਪਾਹਾ। ਸਤਿਗੁਰੂ ਮਹਾਰਾਜ ਕਹਿੰਦੇ ਨੇ, ਇਹਨੂੰ ਜਨਮ ਜਨਮਾਂ ਦੀ
ਮੈਲ ਲੱਗੀ ਹੋਈ ਹੈ ਤੇ ਇਹ ਕਾਲਾ ਹੋਇਆ ਹੋਇਆ। ਜਿਵੇਂ ਖਨਲੀ ਧੋਤੀ ਉਜਲੀ ਨਹੀਂ ਹੁੰਦੀ, ਇਸੇ ਤਰ੍ਹਾਂ ਇਹਨੂੰ ਵੀ ਵਾਰ-ਵਾਰ ਪਰਮੇਸ਼ਰ ਦੇ ਨਾਮ ਦੇ ਨਾਲ ਧੋਣਾ ਪੈਂਦਾ ਹੈ। ਇਹ ਸਤਿਗੁਰੂ ਮਹਾਰਾਜ ਕਹਿੰਦੇ ਨੇ ਮਨੁੱਖ ਦੇ ਅੰਦਰ ਇਹ ਗੁਮਾਨ ਜਿਹੜਾ ਹੈ ਇਹ ਵੀ ਤੀਰਥਾਂ ਦੇ ਉੱਤੇ ਇਸ਼ਨਾਨ ਕਰਨ ਦੇ ਨਾਲ ਹੋਰ ਪੱਕਾ ਬਣ ਜਾਂਦਾ ਹੈ। ਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਨੇ ਤੀਰਥ ਬਰਤ ਅਰ ਦਾਨ ਕਰ, ਮਨ ਮੈਂ ਧਰੇ ਗੁਮਾਨ, ਨਾਨਕ ਨਿਹਫਲ ਜਾਤ ਤੇ ਜਿਉ ਕੁੰਚਰ ਇਸ਼ਨਾਨ। ਜਿਵੇਂ ਹਾਥੀ ਇਸ਼ਨਾਨ ਕਰਕੇ ਆਪਣੇ ਸਰੀਰ ਦੇ ਉੱਤੇ ਮੁੜ ਮਿੱਟੀ ਪਾ ਲੈਂਦਾ ਹੈ, ਇਸੇ ਤਰ੍ਹਾਂ ਮਨੁੱਖ ਵੀ ਤੀਰਥਾਂ ਦੇ ਉੱਤੇ ਇਸ਼ਨਾਨ ਕਰਕੇ ਤੇ ਮਨ ਦੇ ਵਿੱਚ ਹੰਕਾਰ ਪੈਦਾ ਕਰ ਲੈਂਦਾ ਹੈ। ਤੇ ਸਤਿਗੁਰੂ ਮਹਾਰਾਜ ਕਹਿਣ ਲੱਗੇ ਉਹ ਮਨ ਦਾ ਹੰਕਾਰ ਕੇਵਲ ਪਰਮੇਸ਼ਰ ਦੀ ਇਬਾਦਤ ਕਰਨ ਦੇ ਨਾਲ ਹੀ ਖਤਮ ਹੋਵੇਗਾ, ਤੀਰਥਾਂ ਦੇ ਉੱਤੇ ਇਸ਼ਨਾਨ ਕਰਨ ਦੇ ਨਾਲ ਖਤਮ ਨਹੀਂ ਹੋਵੇਗਾ। ਅੱਗੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਕਾਮ ਕ੍ਰੋਧ ਨਾ ਮੋਹੀਐ, ਬਿਨਸੈ ਲੋਭ ਸੁਆਨ। ਸਤਿਗੁਰੂ ਮਹਾਰਾਜ ਕਹਿੰਦੇ ਨੇ ਕਾਮ ਕ੍ਰੋਧ ਨਾ ਮੋਹੀਐ। ਫਿਰ ਆਪਣੇ ਅੰਦਰ ਜਿਹੜੇ ਵਿਕਾਰ ਨੇ ਕਾਮ ਤੇ ਕ੍ਰੋਧ, ਉਹ ਫਿਰ ਕੁਝ ਨਹੀਂ ਕਹਿ ਸਕਣਗੇ, ਮੋਹ ਨਹੀਂ ਸਕਣਗੇ। ਬਿਨਸੇ ਤੇਰਾ ਬਿਨਸ ਜਾਏਗਾ, ਕੁੱਤੇ ਵਰਗਾ ਲੋਭ ਜਿਹੜਾ ਹੈ ਉਹ ਵੀ ਖਤਮ ਹੋ ਜਾਵੇਗਾ। ਬਿਨਸੇ ਲੋਭ ਸੁਆਨ, ਸੁਆਨ ਦਾ ਮਤਲਬ ਕੁੱਤਾ, ਕੁੱਤੇ ਵਰਗਾ ਲੋਭ ਜਿਹੜਾ ਹੈ ਉਹ ਵੀ ਖਤਮ ਹੋ ਜਾਏਗਾ। ਤੇ ਸਤਿਗੁਰੂ ਮਹਾਰਾਜ ਬੜੀ ਪਿਆਰੀ ਉਦਾਹਰਨ ਦਿੰਦੇ ਨੇ ਕੁੱਤੇ ਦੀ, ਵੀ ਜਿਹੜਾ ਕੁੱਤਾ ਕਿਸੇ ਮਾਲਕ ਨੇ ਘਰ ਦੇ ਵਿੱਚ ਰੱਖਿਆ ਬੜਾ ਵਫਾਦਾਰ ਹੁੰਦਾ, ਰਾਖੀ ਕਰਦਾ ਹੈ, ਪਰ ਜਦੋਂ ਉਹ ਹਲਕਾ ਜਾਂਦਾ ਹੈ ਤੇ ਫਿਰ ਉਹਦੀ ਹਾਲਾਤ ਕੀ ਹੁੰਦੀ ਹੈ, ਜਿਉਂ ਕੂਕਰ ਹਰਕਾਇਆ ਧਾਵੇ ਦੈ ਦਿਸ ਜਾਏ, ਲੋਭੀ ਜੰਤ ਨਾ ਜਾਣੇ ਭਖ ਅਭਖ ਸਭ ਖਾਏ। ਸਤਿਗੁਰੂ ਮਹਾਰਾਜ ਕਹਿਣ ਲੱਗੇ ਜਿਵੇਂ ਕੁੱਤਾ ਲੋਭ ਦੇ ਵਿੱਚ ਆ ਕੇ ਮਾਲਕ ਨੂੰ ਵੱਢ ਦਿੰਦਾ ਹੈ, ਇਸੇ ਤਰ੍ਹਾਂ ਲੋਭੀ ਮਨੁੱਖ ਜਿਹੜਾ ਹੈ ਨਾ ਉਹ ਸਭ ਕੁਝ ਕਰ ਦਿੰਦਾ ਹੈ ਸੰਸਾਰ ਦੇ ਅੰਦਰ, ਜਿਹਦੀ ਕਦੀ ਉਮੀਦ ਵੀ ਜਿਹੜੀ ਹੈ ਉਹ ਨਹੀਂ ਰੱਖੀ ਜਾ ਸਕਦੀ। ਤੇ ਸਤਿਗੁਰੂ ਮਹਾਰਾਜ ਅੱਗੇ ਕਹਿੰਦੇ ਨੇ ਸੱਚੇ ਮਾਰਗ ਚਲਦਿਆਂ ਉਸਤਤ ਕਰੇ ਜਹਾਨ। ਸਤਿਗੁਰੂ ਮਹਾਰਾਜ ਕਹਿੰਦੇ ਨੇ ਜਿਹੜਾ ਪਰਮੇਸ਼ਰ ਦੀ ਇਬਾਦਤ ਵਿੱਚ ਜੁੜ ਜਾਂਦਾ ਹੈ, ਇਸ ਮਾਰਗ ਦੇ ਚੱਲਦਿਆਂ ਹੋਇਆਂ ਸਤਿਗੁਰੂ ਮਹਾਰਾਜ ਕਹਿੰਦੇ ਨੇ ਸੰਸਾਰ ਉਹਨਾਂ ਦੀ ਉਸਤਤ ਕਰਦਾ ਹੈ। ਇਸ ਸੱਚੇ ਮਾਰਗ ਦੇ ਉੱਤੇ ਚੱਲਦਿਆਂ ਸਾਹਿਬ ਆਖਦੇ ਨੇ ਉਹਨਾਂ ਦੀ ਸ਼ੋਭਾ ਜੁਗ ਜੁਗ ਹੋਈ, ਕੋਏ ਨਾ ਮਿਟਣ ਹਾਰਾ, ਨਾਨਕ ਤਿਨ ਕੈ ਸਦ ਬਲਿਹਾਰੇ, ਜਿਨ ਹਰ ਰਾਖਿਆ ਉਰ ਧਾਰਾ। ਉਹਨਾਂ ਦੀ ਸ਼ੋਭਾ ਜੁਗਾਂ ਜੁਗਾਂ ਤੱਕ ਹੁੰਦੀ ਰਹਿੰਦੀ ਹੈ ਤੇ ਉਸ ਸ਼ੋਭਾ ਨੂੰ ਕਦੀ ਕੋਈ ਮੇਟ ਨਹੀਂ ਸਕਦਾ, ਖਤਮ ਨਹੀਂ ਕਰ ਸਕਦਾ। ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ 68 ਤੀਰਥ ਸਗਲ ਪੁੰਨ, ਜੀ ਦਇਆ ਪਰਵਾਨ। 68 ਤੀਰਥ ਸਗਲ ਪੁੰਨ, ਜੀ ਦਇਆ ਪਰਵਾਨ। ਜਿਹੜਾ ਪਰਮੇਸ਼ਰ ਦੇ ਨਾਮ ਦੇ ਵਿੱਚ ਜੁੜ ਜਾਂਦਾ ਹੈ, ਸਤਿਗੁਰੂ ਮਹਾਰਾਜ ਕਹਿੰਦੇ ਨੇ ਉਹਦੇ ਵਾਸਤੇ ਤੇ 68 ਤੀਰਥ, 68 ਦਾ ਮਤਲਬ 8 + 60, 68 ਤੀਰਥ ਜੋ ਹਿੰਦੂ ਧਰਮ ਦੇ ਅੰਦਰ ਮਾਨਤਾ ਰੱਖਦੇ ਨੇ। ਜੇ ਸਤਿਗੁਰੂ ਮਹਾਰਾਜ ਕਹਿੰਦੇ ਸਗਲ ਪੁੰਨ, ਸਾਰਾ ਹੀ ਪੁੰਨ ਕੀਤਾ ਹੋਇਆ, ਤੇ ਜੀ ਦਇਆ ਪ੍ਰਵਾਨ, ਜੀਵਾਂ ਦੇ ਉੱਤੇ ਕੀਤੀ ਹੋਈ ਦਇਆ, ਉਹ ਸਾਰਾ ਕੁਝ ਪਰਮੇਸ਼ਰ ਦੇ ਨਾਮ ਦੇ ਵਿੱਚ ਆ ਜਾਂਦਾ ਹੈ। ਸਤਿਗੁਰੂ ਮਹਾਰਾਜ ਕਹਿੰਦੇ ਨੇ ਤੀਰਥ ਨਹਾਵਣ ਜਾਉ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਪਰਮੇਸ਼ਰ ਦਾ ਨਾਮ ਹੀ ਜਿਹੜਾ ਹੈ ਉਹ ਤੀਰਥ ਹੈ। ਗੁਰੂ ਦਾ ਸ਼ਬਦ ਵਿਚਾਰ ਕਰਨਾ ਤੇ ਉਹਦੇ ਵਿੱਚੋਂ ਜਿਹੜਾ ਗਿਆਨ ਪ੍ਰਾਪਤ ਹੁੰਦਾ ਹੈ, ਸਤਿਗੁਰੂ ਮਹਾਰਾਜ ਕਹਿੰਦੇ ਅਸਲ ਦੇ ਵਿੱਚ ਉਹੀ ਤੀਰਥ ਹੈ। ਤੇ ਅੱਗੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਜਿਸ ਨੂੰ ਦੇਵੇ ਦਇਆ ਕਰ, ਸੋਈ ਪੁਰਖ ਸੁਜਾਨ। ਸਤਿਗੁਰੂ ਮਹਾਰਾਜ ਕਹਿਣ ਲੱਗੇ ਜਿਹਨੂੰ ਉਹ ਮਾਲਕ ਦਇਆ ਕਰਕੇ ਨਾਮ ਦੀ ਦਾਤ ਦੇ ਦੇਵੇ, ਜਿਸ ਨੂੰ ਦੇਵੇ ਦਇਆ ਕਰ, ਸੋਈ ਪੁਰਖ ਸੁਜਾਨ, ਉਹੀ ਪੁਰਖ ਜਿਹੜਾ ਹੈ ਉਹ ਸੁਜਾਨ ਬਣ ਜਾਂਦਾ ਹੈ। ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਇਹ ਦਾਤ ਉਹ ਮਾਲਕ ਤਰੁੱਠ ਕਰਕੇ ਦਿੰਦਾ ਹੈ। ਕੋਈ ਮਨੁੱਖ ਕਹੇ ਮੈਂ ਆਪਣੇ ਯਤਨਾਂ ਦੇ ਨਾਲ ਤੇ ਉਹ ਨਹੀਂ ਪ੍ਰਾਪਤ ਹੋਵੇਗੀ। ਸਾਹਿਬ ਕਹਿੰਦੇ ਨੇ
ਦਾਤੇ ਦਾਤ ਰਖੀ ਹੱਥ ਆਪਣੇ, ਜਿਸ ਭਾਵੈ ਤਿਸ ਦੇਈ। ਉਹਨੇ ਆਪਣੇ ਹੱਥ ਦੇ ਵਿੱਚ ਦਾਤ ਰੱਖੀ ਹੋਈ ਹੈ, ਜਿਹਨੂੰ ਉਹਨੂੰ ਭਾਉਂਦਾ ਹੈ ਉਹਨੂੰ ਦੇ ਦਿੰਦਾ ਹੈ। ਨਾਨਕ ਨਾਮ ਰਤੇ ਸੁਖ ਪਾਇਆ, ਦਰਗਹਿ ਜਾਪੈ ਸਈ। ਤੇ ਸਤਿਗੁਰੂ ਮਹਾਰਾਜ ਅੱਗੇ ਕਹਿੰਦੇ ਨੇ, ਜਿਨਾ ਮਿਲਿਆ ਪ੍ਰਭ ਆਪਣਾ, ਨਾਨਕ ਤਿਨ ਕੁਰਬਾਨ। ਸਤਿਗੁਰੂ ਮਹਾਰਾਜ ਕਹਿੰਦੇ ਨੇ, ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ ਜਿਹੜੇ ਮਨੁੱਖ ਪਰਮੇਸ਼ਰ ਦੇ ਨਾਲ ਮਿਲ ਗਏ, ਜਿਨ੍ਹਾਂ ਨੂੰ ਪਰਮੇਸ਼ਰ ਨੇ ਆਪਣੇ ਨਾਲ ਮਨਾ ਲਿਆ, ਜਿਨ੍ਹਾਂ ਮਿਲਿਆ ਪ੍ਰਭ ਆਪਣਾ, ਪ੍ਰਭੂ ਦੇ ਨਾਲ ਮਿਲ ਗਏ ਨੇ, ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ। ਪਰ ਸਤਿਗੁਰੂ ਮਹਾਰਾਜ ਕਹਿੰਦੇ ਨੇ ਵੀ ਇਹ ਰਸਤਾ ਜਿਹੜਾ ਹੈ ਉਹ ਬੜਾ ਔਖਾ ਹੈ। ਆਮ ਰਸਤਿਆਂ ਦੇ ਉੱਤੇ ਤੇ ਕਰਮਕਾਂਡੀ ਦੁਨੀਆ ਦੇ ਵਿੱਚ ਤੇ ਲੋਕ ਬਹੁਤ ਚਲੇ ਜਾਂਦੇ ਨੇ, ਪਰ ਇਹ ਰਸਤਾ ਬੜਾ ਔਖਾ ਹੈ। ਬਾਬਾ ਕਬੀਰ ਜੀ ਕਹਿੰਦੇ ਨੇ, ਕਬੀਰ ਜਹ ਮਾਰਗ ਪੰਡਤ ਗਏ, ਪਾਛੇ ਪਰੀ ਬਹੀਰ। ਇੱਕ ਅਵ ਘਟ ਘਾਟੀ ਰਾਮ ਕੀ, ਤੈ ਚੜ ਰਹਿਓ ਕਬੀਰ। ਤੇ ਸਤਿਗੁਰੂ ਮਹਾਰਾਜ ਅਖੀਰਲੀ ਪੰਕਤੀ ਦੇ ਵਿੱਚ ਆਖਦੇ ਨੇ, ਮਾਗ ਸੋਚੈ ਸੇ ਕਾਢੀਐ, ਜਿਨ ਪੂਰਾ ਗੁਰ ਮਿਹਰਬਾਨ। ਸਤਿਗੁਰੂ ਮਹਾਰਾਜ ਕਹਿੰਦੇ ਨੇ, ਮਾਘ ਮਹੀਨੇ ਦੇ ਵਿੱਚ ਉਹੀ ਅਸਲ ਦੇ ਵਿੱਚ ਸੁੱਚੇ ਨੇ, ਉਹੀ ਪਵਿੱਤਰ ਨੇ, ਜਿਨ ਪੂਰਾ ਗੁਰ ਮਿਹਰਬਾਨ, ਜਿਨ੍ਹਾਂ ਦੇ ਉੱਤੇ ਪੂਰਾ ਗੁਰੂ ਮਿਹਰਬਾਨ ਬਣ ਜਾਂਦਾ ਹੈ, ਜਿਨ੍ਹਾਂ ਦੇ ਉੱਤੇ ਗੁਰੂ ਮਿਹਰਾਮਤ ਕਰ ਦਿੰਦਾ ਹੈ। ਸਤਿਗੁਰੂ ਮਹਾਰਾਜ ਕਹਿੰਦੇ ਅਸਲ ਦੇ ਵਿੱਚ ਮਾਘ ਮਹੀਨੇ ਦੇ ਅੰਦਰ ਉਹੀ ਸੁੱਚੇ ਨੇ। ਸਾਹਿਬ ਕਹਿਣ ਲੱਗੇ, ਬਾਹਰੀ ਯਤਨ ਕਰਨ ਦੇ ਨਾਲ, ਪਿੰਡਾ ਧੋਣ ਦੇ ਨਾਲ ਮਨੁੱਖ ਸੁੱਚਾ ਨਹੀਂ ਹੋ ਸਕਦਾ। ਸੁੱਚਾ ਅਸਲ ਦੇ ਵਿੱਚ ਉਹੀ ਹੋਵੇਗਾ ਜਿਹੜਾ ਪਰਮੇਸ਼ਰ ਦੀ ਇਬਾਦਤ ਵਿੱਚ ਜੁੜ ਗਿਆ। ਤੇ ਸਾਹਿਬ ਕਹਿੰਦੇ ਨੇ, ਸੁੱਚੇ ਇਹ ਨਾ ਆਖੀਐ, ਬਹਿਣ ਜੇ ਪਿੰਡਾ ਧੋਏ, ਸੁੱਚੇ ਸਈ ਨਾਨਕਾ, ਜਿਨ ਮਨ ਵਸਿਆ ਸੋਏ। ਸਤਿਗੁਰੂ ਮਹਾਰਾਜ ਕਹਿੰਦੇ ਨੇ, ਜਿਨ੍ਹਾਂ ਦੇ ਮਨ ਵਿੱਚ ਪਰਮੇਸ਼ਰ ਵਸ ਗਿਆ, ਅਸਲ ਦੇ ਵਿੱਚ ਉਹੀ ਸੁੱਚੇ ਨੇ। ਕੋਈ ਮਨੁੱਖ ਇਸ਼ਨਾਨ ਕਰਕੇ ਕਹਿ ਦੇਵੇ ਤੀਰਥਾਂ ਦੇ ਉੱਤੇ ਜਾ ਕਰਕੇ ਵੀ ਮੈਂ ਸੁੱਚਾ ਹੋ ਗਿਆ, ਤੇ ਸਾਹਿਬ ਕਹਿਣ ਲੱਗੇ ਉਹ ਸੁੱਚਾ ਨਹੀਂ ਹੋਵੇਗਾ। ਸੁੱਚਾ ਉਸ ਵਕਤ ਹੋਵੇਗਾ ਜਦੋਂ ਉਹ ਗੁਰੂ ਦੇ ਹੁਕਮ ਅਨੁਸਾਰ ਪਰਮੇਸ਼ਰ ਦੀ ਇਬਾਦਤ ਵਿੱਚ ਜੁੜ ਜਾਏਗਾ। ਬਾਬਾ ਕਬੀਰ ਜੀ ਕਹਿੰਦੇ ਨੇ, ਕਹਿ ਕਬੀਰ ਤੇਈ ਨਰ ਸੁਚੈ, ਸਾਚੀ ਪਰੀ ਵਿਚਾਰ। ਜਿਨ੍ਹਾਂ ਨੇ ਗੁਰੂ ਦੇ ਦੱਸੇ ਹੋਏ ਮਾਰਗ ਦੇ ਉੱਤੇ ਚੱਲਦਿਆਂ ਪਰਮੇਸ਼ਰ ਦੇ ਨਾਲ ਆਪਣੀ ਸੁਰਤ ਨੂੰ ਜੋੜ ਲਿਆ, ਪਰਮੇਸ਼ਰ ਦੇ ਨਾਮ ਦੇ ਵਿੱਚ ਰੰਗੇ ਗਏ, ਅਸਲ ਦੇ ਵਿੱਚ ਸਤਿਗੁਰੂ ਮਹਾਰਾਜ ਕਹਿਣ ਲੱਗੇ ਉਹੀ ਸੁੱਚੇ ਨੇ। ਸਤਿਗੁਰੂ ਮਹਾਰਾਜ ਇਸ ਪਾਵਨ ਹੁਕਮ ਦੇ ਅੰਦਰ, ਪਾਵਨ ਉਪਦੇਸ਼ ਦੇ ਅੰਦਰ ਮਨੁੱਖ ਨੂੰ ਇਹੀ ਸਮਝਾਉਣਾ ਕਰਦੇ ਨੇ ਕਿ ਇਹ ਮਨੁੱਖ, ਜੇਕਰ ਤੂੰ ਸੁੱਚਾ ਹੋਣਾ ਚਾਹੁੰਦਾ ਹੈ ਤੇ ਫਿਰ ਤੂੰ ਸਤ ਸੰਗਤ ਵਿੱਚ ਜਾ, ਸਤ ਸੰਗਤ ਵਿੱਚ ਨਾਮ ਦੇ ਨਾਲ ਇਸ਼ਨਾਨ ਜਿਹੜਾ ਹੈ ਉਹ ਕਰ, ਜਿਹਦੇ ਨਾਲ ਫਿਰ ਤੇਰਾ ਮਨ ਦੇ ਵਿੱਚੋਂ ਹੰਕਾਰ, ਕਾਮ, ਕ੍ਰੋਧ, ਲੋਭ ਸਭ ਕੁਝ ਖਤਮ ਹੋ ਜਾਵੇਗਾ। ਤੇ ਫਿਰ ਇਸ ਮਾਰਗ ਦੇ ਉੱਤੇ ਚੱਲਦਿਆਂ ਮਨੁੱਖ ਵੀ ਜਿਹੜੇ ਨੇ ਉਸਤਤ ਕਰਨਗੇ, ਤੇ ਤੇਰੇ ਜੀਵਨ ਦੇ ਅੰਦਰ ਨਾਮ ਜਪਦਿਆਂ ਲੋਕਾਂ ਵੱਲੋਂ ਜਿਹੜੇ ਪਰਾਏ ਗਏ, ਫੈਲਾਏ ਗਏ 68 ਤੀਰਥਾਂ ਦੇ ਇਸ਼ਨਾਨ ਦਾ ਮਹੱਤਮ ਸੀ, ਉਹ ਤੈਨੂੰ ਪ੍ਰਾਪਤ ਹੋ ਜਾਵੇਗਾ। ਤੇਰੀ ਕੀਤੀ ਹੋਈ ਜੀਵਾਂ ਦੇ ਉੱਤੇ ਦਇਆ ਉਹ ਵੀ ਪ੍ਰਵਾਨ ਹੋ ਜਾਵੇਗੀ। ਪਰ ਇਹ ਕੇਵਲ ਤੇ ਕੇਵਲ ਦਾਤਾਂ ਪਰਮੇਸ਼ਰ ਦੇ ਕੋਲੋਂ ਮਿਲਦੀਆਂ ਨੇ, ਗੁਰੂ ਦੇ ਕੋਲੋਂ ਮਿਲਦੀਆਂ ਨੇ। ਜਿਹਦੇ ਉੱਤੇ ਪੂਰਾ ਗੁਰੂ ਮਿਹਰਬਾਨ ਹੋ ਜਾਂਦਾ ਹੈ, ਉਹਨਾਂ ਨੂੰ ਇਹ ਪ੍ਰਾਪਤ ਹੁੰਦਾ ਹੈ। ਸਤਿਗੁਰੂ ਮਹਾਰਾਜ ਕਿਰਪਾ ਕਰੇ, ਅਸੀਂ ਵੀ ਗੁਰੂ ਦੇ ਦੱਸੇ ਹੋਏ ਰਸਤੇ ਦੇ ਉੱਤੇ ਚੱਲ ਕੇ ਘਾਲ ਕਮਾਈ ਕਰੀਏ, ਫਿਰ ਅਸੀਂ ਵੀ ਪਰਮੇਸ਼ਰ ਦੇ ਦਰ ਦੇ ਉੱਤੇ ਪ੍ਰਵਾਨੇ ਜਾਵਾਂਗੇ ਜੀ। ਵਿਚਾਰਾਂ ਦੀ ਸਾਂਝ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ, ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।